ਤਾਂ ਲਗਾਤਾਰ ਅਕਾਲੀ ਦਲ ਹੁਣ ਇਹ ਵੀ ਗੱਲਾਂ ਕਹਿ ਰਿਹਾ ਕਿ ਕੇਂਦਰ ਦੇ ਵਿੱਚ ਸਾਡੀ ਸੁਣਵਾਈ ਨਹੀਂ ਸੀ, ਸਿਰਫ ਖੇਤੀ ਬਿੱਲਾਂ ਦਾ ਮੁੱਦਾ ਨਹੀਂ, ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਭਾਸ਼ਾ ਦੇ ਨਾਲ ਵਿਤਕਰਾ ਤੇ ਹੋਰ ਕਈ ਮੁੱਦੇ ਸੀ, ਜਿਸ ਤੋਂ ਬਾਅਦ ਆਖਿਰਕਾਰ ਇਹ ਫੈਸਲਾ ਲੈਣਾ ਪਿਆ ਪਾਰਟੀ ਦੀ ਲੀਡਰਸ਼ਿਪ ਨੂੰ ਸੋਚ ਵਿਚਾਰ ਤੋਂ ਬਾਅਦ। ਤੇ ਉਧਰ ਹਰਸਿਮਰਤ ਕੌਰ ਬਾਦਲ ਦੇ ਵੀ ਕੇਂਦਰ ਦੇ ਖਿਲਾਫ ਹੁਣ ਤਲਖ ਤੇਵਰ ਨਜ਼ਰ ਆ ਰਹੇ ਨੇ। ਕੇਂਦਰ ਦੀ ਕੁਰਸੀ ਛੱਡਣ ਤੋਂ ਬਾਅਦ ਹੁਣ ਜਦੋਂ ਅਕਾਲੀ ਦਲ ਨੇ ਗੱਠਜੋੜ ਵੀ ਤੋੜ ਲਿਆ ਹੈ ਬੀਜੇਪੀ ਦੇ ਨਾਲ, ਤਾਂ ਹੁਣ ਹਰਸਿਮਰਤ ਕੌਰ ਬਾਦਲ ਨੇ ਫਾਜ਼ਿਲਕਾ 'ਚ ਸੰਬੋਧਨ ਦੌਰਾਨ ਕੇਂਦਰ ਤੋਂ ਸਵਾਲ ਪੁੱਛੇ ਨੇ ਕਿ ਆਖਿਰਕਾਰ ਪੰਜਾਬ ਦੇ ਕਿਸਾਨਾਂ ਦੇ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਐਮਐਸਪੀ ਦੇ ਬਾਰੇ ਲਿਖਤੀ ਭਰੋਸਾ ਸਰਕਾਰ ਕਿਉਂ ਨਹੀਂ ਦੇ ਰਹੀ, ਕਿਉਂ ਕਿਸਾਨਾਂ ਦੇ ਸ਼ੰਕੇ ਖਦਸ਼ੇ ਦੂਰ ਨਹੀਂ ਕੀਤੇ ਜਾ ਰਹੇ। ਜਿਸ ਬਿੱਲਾਂ ਦੇ ਨਾਲ ਕਿਸਾਨਾਂ ਨੂੰ ਪਰੇਸ਼ਾਨੀ ਹੈ ਤੇ ਸਰਕਾਰ ਦਾਅਵਾ ਕਰ ਰਹੀ ਹੈ ਕਿ ਕਿਸਾਨਾਂ ਦੇ ਹੱਕ ਵਿੱਚ ਨੇ, ਜੇਕਰ ਕਿਸਾਨ ਹੀ ਖੁਸ਼ ਨਹੀਂ ਨੇ ਤਾਂ ਫਿਰ ਆਖਿਰਕਾਰ ਜ਼ਬਰਦਸਤੀ ਉਹ ਬਿੱਲ ਕਿਸਾਨਾਂ ਤੇ ਕਿਉਂ ਥੋਪੇ ਜਾ ਰਹੇ ਨੇ। ਜਿਹੜੀ ਕੇਂਦਰ ਦੀ ਸਰਕਾਰ ਆਪਣਿਆਂ ਦੀ ਸੁਣਦੀ ਕਿ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੈਗਾ, ਕਿ ਪੰਜਾਬ ਦੇ ਲੋਕਾਂ ਨਾਲ ਤੁਸੀਂ ਗੱਲ ਤੱਕ ਨਹੀਂ ਕਰ ਸਕਦੇ। ਇੰਨਾ ਵਿਤਕਰਾ ਕਿਉਂ ਪੰਜਾਬੀਆਂ ਦੇ ਨਾਲ? ਇਹ ਉਹ ਪੰਜਾਬ ਹੈ ਜਿਹੜੇ ਤੁਹਾਡੇ ਦੇਸ਼ ਦਾ ਢਿੱਡ ਭਰਦਾ ਹੈਗਾ, ਜਿਨ੍ਹਾਂ ਦੇ ਪੁੱਤ ਦੇ ਫੌਜਾਂ 'ਚ ਦੇਸ਼ ਦੇ ਸਰਹੱਦ 'ਚ ਕੁਰਬਾਨੀਆਂ ਦਿੰਦੇ ਨੇ। ਤੇ ਮੈਂ ਤਾਂ ਆਹੀ ਕਹਿੰਦੀ ਆ, ਜੇ ਤੁਸੀਂ ਕਹਿੰਦੇ ਹੋ ਐਮਐਸਪੀ ਜਾਰੀ ਰਹੂਗੀ, ਸਰਕਾਰੀ ਖਰੀਦ ਜਾਰੀ ਰਹੂਗੀ, ਤੇ ਫਿਰ ਤੁਹਾਨੂੰ ਲਿਖਣ 'ਚ ਤੁਹਾਨੂੰ ਕੀ ਝਿਜਕ ਹੈਗੀ? ਉਹ ਕੀ ਕਾਰਨ ਹੈ ਕਿ ਤੁਸੀਂ ਵਪਾਰੀਆਂ ਵਾਸਤੇ ਪੂੰਜੀਪਤੀਆਂ ਵਾਸਤੇ ਤਾਂ ਇੰਨਾ ਵੱਡਾ ਕਾਨੂੰਨ ਬਣਾਤਾ, ਲੇਕਿਨ ਕਿਸਾਨਾਂ ਵਾਸਤੇ ਆਮਦਨੀ ਦੁਗਣੀ ਕਰਨੀ ਹੈ, ਛੋਟਾ ਜਿਹੀ ਲਾਈਨ ਕਿਉਂ ਨਹੀਂ ਤੁਸੀਂ ਲਿਖ ਸਕਦੇ ਉਸ ਕਾਨੂੰਨ 'ਚ? ਤਾਂ ਇਧਰ ਅਕਾਲੀ ਦਲ ਦੇ ਵੱਲੋਂ 9 ਮਾਸ ਦਾ ਰਿਸ਼ਤਾ ਖਤਮ ਕਰ ਦਿੱਤਾ ਗਿਆ, ਜਿਸ ਦੇ ਨਾਲ ਦਰਦ ਤਾਂ ਜ਼ਾਹਿਰ ਜੀ ਗੱਲ ਹੈ ਕਿ ਦੋਵਾਂ ਪਾਸੇ ਹੋਈ ਹੈ। ਬੀਜੇਪੀ ਨੇ ਇਸ ਫੈਸਲੇ ਨੂੰ ਮੰਦਭਾਗਾ ਜ਼ਰੂਰ ਕਰਾਰ ਦਿੱਤਾ ਹੈ। ਬੀਜੇਪੀ ਨੇ ਕਿਹਾ ਹੈ ਕਿ ਜਲਦਬਾਜ਼ੀ ਦੇ ਵਿੱਚ ਅਕਾਲੀ ਦਲ ਨੇ ਫੈਸਲਾ ਲਿਆ ਹੈ, ਪਰ ਨਾਲ ਹੀ ਬੀਜੇਪੀ ਨੇ ਵੀ ਕਹਿ ਦਿੱਤਾ ਕਿ 2022 ਦੇ ਲਈ ਅਸੀਂ ਤਿਆਰ ਹਾਂ, ਅਸੀਂ ਇੱਕ ਵੱਡੀ ਸਿਆਸੀ ਧਿਰ ਬਣ ਕੇ ਉਭਰਾਂਗੇ। ਇਸੇ ਨੂੰ ਲੈ ਕੇ ਬੀਜੇਪੀ ਨੇ ਹੁਣ ਆਪਣੀ ਰਣਨੀਤੀ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਦੇ ਵਿੱਚ ਬੀਜੇਪੀ ਦੀ ਕੋਰ ਕਮੇਟੀ ਦੀ ਬੈਠਕ ਚੱਲ ਰਹੀ ਹੈ। ਅਕਾਲੀ ਦਲ ਦੇ ਵੱਲੋਂ ਗੱਠਜੋੜ ਤੋੜਨ ਤੇ ਚਰਚਾ ਬੀਜੇਪੀ ਦੇ ਵੱਲੋਂ ਕੀਤੀ ਜਾ ਰਹੀ ਹੈ। ਅੱਗੇ ਦੀ ਰਣਨੀਤੀ ਕੀ ਹੋਵੇਗੀ, ਬੀਜੇਪੀ ਇਸ ਤੇ ਮੰਥਨ ਕਰ ਰਹੀ ਹੈ। ਹਾਲਾਂਕਿ ਇਹ ਜ਼ਰੂਰ ਕਹਿ ਰਹੀ ਹੈ ਕਿ ਗੱਠਜੋੜ ਤੋੜਨ ਦਾ ਫੈਸਲਾ ਮੰਦਭਾਗਾ ਹੈ, ਕਿਉਂਕਿ 23 ਸਾਲ ਦਾ ਰਿਸ਼ਤਾ ਅਚਾਨਕ ਇਸ ਤਰ੍ਹਾਂ ਜਦੋਂ ਟੁੱਟ ਗਿਆ ਤਾਂ ਇਸ ਦੇ ਨਾਲ ਬੀਜੇਪੀ ਨੂੰ ਤਕਲੀਫ ਤਾਂ ਹੋਈ ਹੈ। ਬੀਜੇਪੀ ਇਹ ਵੀ ਕਹਿ ਰਹੀ ਹੈ ਕਿ ਜਲਦਬਾਜ਼ੀ ਦੇ ਵਿੱਚ ਫੈਸਲਾ ਲਿਆ ਹੈ, ਪਰ ਬੀਜੇਪੀ ਨਾਲ ਹੀ ਇਹ ਵੀ ਕਹਿ ਰਹੀ ਹੈ ਕਿ ਸਾਡੇ ਕੋਲ 117 ਸੀਟਾਂ ਦੇ ਲਈ ਕੈਂਡੀਡੇਟ ਵੀ ਤਿਆਰ ਨਹੀਂ, ਯਾਨੀ ਕਿ ਕਿਤੇ ਨਾ ਕਿਤੇ ਬੀਜੇਪੀ ਨੂੰ ਵੀ ਪਤਾ ਸੀ ਕਿ ਹਾਲਾਤ ਇਹ ਬਣਨ ਵਾਲੇ ਨੇ, ਜਿਸ ਲਈ ਬੀਜੇਪੀ ਦੇ ਵੱਲੋਂ ਵੀ ਪਹਿਲਾਂ ਪੂਰੀ ਤਿਆਰੀ ਕੀਤੀ ਗਈ। ਬੀਜੇਪੀ ਦੇ ਲੀਡਰਾਂ ਦੇ ਵੱਲੋਂ ਹੁਣ ਤੱਕ ਕਈ ਬਿਆਨ ਅਜਿਹੇ ਸਾਹਮਣੇ ਆਉਂਦੇ ਰਹੇ ਜਿਸ ਦੇ ਵਿੱਚ ਅਕਾਲੀ ਦਲ ਦੇ ਖਿਲਾਫ ਤਿੱਖੇ ਤੇਵਰ ਸੀ। ਬੀਜੇਪੀ ਲਗਾਤਾਰ ਇਹ ਗੱਲ ਕਹਿੰਦੀ ਰਹੀ ਕਿ ਸਾਨੂੰ ਇਸ ਵਾਰ 94-23 ਦਾ ਫਾਰਮੂਲਾ ਪੰਜਾਬ 'ਚ ਨਹੀਂ ਚਾਹੀਦਾ, ਸਾਨੂੰ 50-50 ਦਾ ਫਾਰਮੂਲਾ ਚਾਹੀਦਾ ਹੈ, ਅਸੀਂ ਆਪਣਾ ਕੁਨਬਾ ਵਧਾਉਣਾ ਚਾਹੁੰਦੇ ਹਾਂ ਪੰਜਾਬ ਦੇ ਵਿੱਚ। ਪਰ ਹੁਣ ਸਿੱਧਾ ਬੀਜੇਪੀ ਦੇ ਕੋਲ 59 ਦੀ ਬਜਾਏ 117 ਸੀਟਾਂ ਨੇ। ਕਿਸ ਤਰ੍ਹਾਂ ਦੀ ਰਣਨੀਤੀ ਹੈ, ਵਿਚਾਰ ਹੋ ਰਿਹਾ ਇਸ ਮੀਟਿੰਗ ਦੇ ਵਿੱਚ। ਸਿੱਧਾ ਰੁਕ ਕਰਦੇ ਹਾਂ ਰੋਹਿਤ ਬੰਸਲ ਮੇਰੇ ਸਹਿਯੋਗੀ ਲਾਈਵ ਜੁੜੇ ਹੋਏ ਨੇ। ਤਾਂ ਰੋਹਿਤ, 23 ਸਾਲ ਦਾ ਰਿਸ਼ਤਾ, 23 ਸਾਲ ਦੀ ਯਾਰੀ, ਰਿਸ਼ਤੇਦਾਰੀ ਭਰਾ ਦੀ ਹੁਣ ਟੁੱਟ ਗਈ ਹੈ। ਤਾਂ ਜ਼ਾਹਿਰ ਜੀ ਗੱਲ ਹੈ ਕੱਲ ਕੋਰ ਕਮੇਟੀ ਦੀ ਬੈਠਕ 'ਚ ਅਕਾਲੀ ਦਲ ਨੇ ਵੱਡਾ ਫੈਸਲਾ ਲਿਆ, ਤਾਂ ਹੁਣ ਬੀਜੇਪੀ ਵੀ ਕੋਰ ਕਮੇਟੀ ਦੀ ਬੈਠਕ 'ਚ ਅੱਗੇ ਦੀ ਰਣਨੀਤੀ ਬਣਾ ਰਹੀ ਹੈ। ਫਿਲਹਾਲ ਕੀ ਕੁਝ ਜਾਣਕਾਰੀ? जी बिल्कुल अमृत, इस वक्त बीजेपी कोर कमेटी की मीटिंग जारी है। इस बीजेपी के प्रधान अश्विनी शर्मा, इस तो इलावा मनोरंजन कालिया और मदन मोहन मित्तल, 3 बंदे इत्थों जुड़े हुए हैं और बाकी ऑनलाइन मीटिंग की वर्चुअली मीटिंग के हिस्सा ले रहे हैं। किते ना किते देखा जा रहा है कि पंजाब के लगातार जो बीजेपी वो 23 सीटों पर इलैक्शन लड़ती सी, पर जो देखा जाए तो पंजाब के 117 सीटां ने और 2022 को लैके ये रणनीति तैयार की जा रही है कि अगे का बीजेपी का भविख पंजाब की होएगा, क्योंकि बाकी 94 सीटों पर भी बीजेपी के वर्कर है या नहीं है, जिथे पार्टी मजबूत करनी है, किस तरह करनी है, ब्लॉक लैवल तो लैके पिंड लैवल तो लैके किद्दां शुरू करनी है, उस चीज़ को लैके तमाम रणनीति घड़ी जाएगी। बीजेपी तो देखा जाए ज़्यादातर बीजेपी को कहा जाता है कि बीजेपी पिंडों की पार्टी नहीं है, बीजेपी शहरों की पार्टी है। तो बीजेपी को पिंड लैवल पर किद्दां लैके आने, क्योंकि जे 2022 बीजेपी अपने बलबूते सरकार बनाना चाहती है तो कितना ना किते 117 सीटों पर मजबूती नाल चोन लड़नी पेगी। जो बीजेपी का कैडर पिंडों में नहीं है उसनूं मजबूत करने ते रणनीति तय की जाएगी। नवे कैंडीडेट किधरों लियाने हैं, किहड़ा कैंडीडेट खास होएगा, ना सहयोगी पार्टियों की गल करिए तो किसी पार्टी नाल गठजोड़ करके इलैक्शन लड़िया जाना या नहीं लड़िया जाना, तमाम इन्हां चीज़ों को लैके गलबात की जाएगी। और साडी इस तो पहला अश्विनी शर्मा नाल गलबात हुई है। अश्विनी शर्मा ने फिलहाल कुछ भी बोलने तो मना कर दिता है। उन्होंने कहा कि जिन्ना चिर असीं कोर कमेटी की मीटिंग नहीं कर लेंदे उन्ना चिर मैं मीडिया को कोई गलबात नहीं करांगा, कोर कमेटी तो बाद ही मैं मीटिंग करांगा, मीटिंग तो बाद मैं गलबात करांगा। और दूजे पासे जे बीजेपी के लीडरां की गल करिए, चाहे मनोरंजन कालिया की गल करिए, मदन मोहन मित्तल की गल करिए, तो बीजेपी के तमाम लीडरां दे तेवर सख्त ने, लगातार वो इल्जाम लगा रहे हैं। मनोरंजन कालिया नाल साडी गल हुई है, उन्होंने कहना कि जो अकाली दल कह रहा है कि साडी केंद्र नहीं सुनता, साडी शिकायत रही है केंद्र नूं कि बीजेपी की पंजाब बीजेपी की केंद्र नहीं सुन रहा, बल्कि अकाली दल की केंद्र सुन रहा है।
ਤਾਂ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਸਾਡੇ ਸ਼ਿਕਵੇ ਸੀ ਸੰਬੰਧੀ ਕੇਂਦਰ ਨਾਲ ਜੋ ਸੁਖਬੀਰ ਅੱਜ ਇਲਜ਼ਾਮ ਲਗਾ ਰਹੇ ਨੇ। ਅਕਾਲੀ ਦਲ ਵੀ ਉਹ ਅਕਾਲੀ ਦਲ ਨਹੀਂ ਰਿਹਾ ਜੋ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਸੀ। ਦੂਜੇ ਪਾਸੇ ਅਕਾਲੀ ਦਲ ਨੇ ਇਲਜ਼ਾਮ ਲਗਾਇਆ ਕਿ ਜੋ ਵਾਜਪਾਈ ਦੇ ਸਮੇਂ ਬੀਜੇਪੀ ਸੀ ਉਹ ਅੱਜ ਦੇ ਸਮੇਂ ਬੀਜੇਪੀ ਨਹੀਂ ਰਹੀ। ਜੀ ਬਿਲਕੁਲ ਰੋਹਿਤ, ਇਲਜ਼ਾਮ ਤਰਾਸ਼ੀਆਂ ਦਾ ਦੌਰ ਤਾਂ ਜ਼ਾਹਿਰ ਜੀ ਗੱਲ ਹੈ ਕਿ ਸ਼ੁਰੂ ਹੋਵੇਗਾ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਪਰਤਾਂ ਦਰ ਪਰਤਾਂ ਖੁੱਲਣਗੀਆਂ। ਜਿਵੇਂ ਅਕਾਲੀ ਦਲ ਕਹਿ ਰਿਹਾ ਕਿ ਕੇਂਦਰ ਤਾਂ ਸਾਡੀ ਕਈ ਮਸਲਿਆਂ ਤੇ ਸੁਣਦਾ ਨਹੀਂ ਸੀ, ਇੱਕ ਮਸਲਾ ਨਹੀਂ ਹੈ, ਬਹੁਤ ਸਾਰੇ ਦੁੱਖ ਹੈ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜੱਗ ਜ਼ਾਹਿਰ ਹੋਣਗੇ। ਤਾਂ ਸ਼ੁਕਰੀਆ ਫਿਲਹਾਲ ਰੋਹਿਤ ਇਸ ਸਾਰੀ ਜਾਣਕਾਰੀ ਦੇ ਲਈ। ਤਾਂ ਲਗਾਤਾਰ